ਤੇ ਇੱਕ ਭਰਾ ਜਿਹੜਾ ਹਮੇਸ਼ਾ ਕਹਿੰਦਾ ਮੇਰੀ ਭੈਣ ਉਸ ਤੋਂ 16 ਸਾਲ ਵੱਡੀ ਸੀ ਜਿਹਦੀ ਡੈਥ ਹੋ ਗਈ 13 ਦੇ ਵਿੱਚ। ਜਦੋਂ ਮੇਰੀ ਭੈਣ ਮਰੀ ਉਹਦੀਆਂ ਅੱਖਾਂ ਪੂਰੀਆਂ ਕੰਮ ਨਹੀਂ ਸੀ ਕਰਦੀਆਂ, ਬਿਮਾਰ ਸੀ। ਉਹ ਆਪਣੀ ਕੁੜੀ ਕੋਲ ਹੁਸ਼ਿਆਰਪੁਰ ਰਹਿੰਦੀ ਸੀ, ਉਹ ਵਿਡੋ ਸੀ, ਉਹ ਮੀਡੀਓਕਰ ਸੀਗੀ। ਉਹ ਚੰਡੀਗੜ੍ਹੋਂ ਗੱਡੀ ਵਿੱਚ ਆ ਰਹੀ ਸੀ ਆਪਣੇ ਜਵਾਨ ਪੁੱਤਰ ਨਾਲ ਤੇ ਆਪਣੇ ਕੁੜੀ ਦੇ ਘਰ ਵਾਲੇ ਨਾਲ, ਤੇ ਨਾਲ ਉਹਦੀ ਕੁੜੀ ਦਾ ਮੁੰਡਾ ਜਿਹੜਾ ਸਪੈਸ਼ਲ ਨੀਡ ਬੱਚਾ ਹੈ, ਉਹ ਆਟਿਸਟਿਕ ਹੈ, ਉਹਦੇ ਨਾਲ ਉਹ ਆ ਰਹੀ ਸੀ। ਤੇ ਉਹਨਾਂ ਦੀ ਗੱਡੀ ਹੁਸ਼ਿਆਰਪੁਰ ਦੇ ਕੋਲ ਆ ਕੇ ਟਰੱਕ ਦੇ ਥੱਲੇ ਚਲੀ ਗਈ ਤੇ ਤਿੰਨੋਂ ਜਾਣਿਆਂ ਦੀ ਉੱਥੇ ਹੀ ਸੜਕ ਤੇ ਡੈਥ ਹੋ ਗਈ। ਇਹਨੂੰ ਖਬਰ ਮਿਲੀ ਮੇਰੇ ਭਰਾ ਨੂੰ, ਜੀਣ ਜੋਗੇ ਨੂੰ। ਇਹਦੇ ਕੋਲ ਟਾਈਮ ਨਹੀਂ ਸੀ 2 ਮਿੰਟ ਵੀ ਆਪਣੀ ਭੈਣ ਦੀ ਲਾਸ਼ ਦੇਖ ਲੈਂਦਾ। ਉਹ 3 ਬੰਦੇ ਜਿਹੜੇ ਸੜਕ ਤੇ ਪਏ ਸੀ, ਇਹ ਨਹੀਂ ਗਿਆ, ਕੋਈ ਨਹੀਂ ਗਿਆ ਉੱਥੇ। ਮੇਰਾ ਭਾਂਜਾ ਤੇ ਮੇਰੀ ਭਾਂਜੀ ਦਾ ਘਰ ਵਾਲਾ ਤੇ ਉਹਦਾ ਬੱਚਾ ਜਿਹੜਾ ਆਟਿਸਟਿਕ ਹੈ, ਸਪੈਸ਼ਲ ਨੀਡ ਬੱਚਾ, ਉਹਨੂੰ ਪਤਾ ਨਹੀਂ ਕਿਵੇਂ ਗੱਡੀ ਚੋਂ ਕੱਢਿਆ। ਮੈਂ ਦੂਜੇ ਦਿਨ ਇੱਥੇ ਆਈ ਅਮਰੀਕਾ ਤੋਂ ਉਸੇ ਟਾਈਮ ਚੜ੍ਹ ਕੇ, ਤੇ ਮੇਰੀ ਭਾਂਜੀ ਨੇ ਮੈਨੂੰ ਦੱਸਿਆ ਵੀ ਉਹਨੇ 3 ਬੰਦਿਆਂ ਨੂੰ ਦਾਗ ਉਹਨੇ ਲਾਇਆ ਕੁੜੀ ਹੋ ਕੇ। ਉਹਦੇ ਕੋਲ ਕੋਈ ਨਹੀਂ ਪਹੁੰਚਿਆ। ਉਹ ਮੈਨੂੰ ਕਹਿੰਦੀ ਮਾਸੀ ਮੈਂ ਤੇਰੀ ਵੇਟ ਨਹੀਂ ਸੀ ਕਰ ਸਕਦੀ, ਕਿਉਂਕਿ ਉਹਨਾਂ ਦਾ ਬੱਚਿਆ ਹੀ ਕੱਖ ਨਹੀਂ ਸੀ, ਉਸ ਟਰੱਕ ਦੇ ਥੱਲੇ ਚਲੇ ਗਏ ਸੀ ਸਾਰੇ। ਇਹ ਨਹੀਂ ਆਇਆ, ਕੋਈ ਨਹੀਂ ਆਇਆ। ਮੈਂ ਅੱਜ ਇੱਥੇ ਤੁਹਾਡੇ ਕੋਲ ਇਸ ਲਈ ਆਈ ਹਾਂ, ਆਪਣੀ ਮਾਂ ਦੇ ਲਈ ਨਿਆਂ ਮੰਗਣ, ਜਸਟਿਸ ਮੰਗਣ। ਤੁਸੀਂ ਪ੍ਰੈਸ ਵਾਲੇ ਹੋ, ਮੈਂ ਪ੍ਰੈਸ ਦੇ ਵਿੱਚ ਬਹੁਤ ਬਿਲੀਵ ਕਰਦੀ ਹਾਂ, ਕਿਉਂਕਿ ਮੈਂ ਉਸ ਕੰਟਰੀ 'ਚ ਰਹਿੰਦੀ ਹਾਂ ਜਿੱਥੇ ਪ੍ਰੈਸ ਦੀ ਬਹੁਤ ਪਾਵਰ ਹੈ, ਔਰ ਪ੍ਰੈਸ ਦੁਨੀਆ ਦੇ ਅੱਗੇ ਜਨਤਾ ਦੇ ਸਾਹਮਣੇ ਸੱਚਾਈ ਲਿਆਉਂਦਾ। ਹਮੇਸ਼ਾ ਮੈਂ ਇਹਨੂੰ ਬਿਲੀਵ ਕਰਦੀ ਹਾਂ, ਇਸ ਲਈ ਮੈਂ ਤੁਹਾਡੇ ਲੋਕਾਂ ਕੋਲ ਆਈ ਹਾਂ। ਮੈਂ ਬੜੀ ਕੋਸ਼ਿਸ਼ ਕੀਤੀ। ਮੈਂ ਇੱਥੇ 13 ਜਨਵਰੀ ਨੂੰ ਆਈ ਸੀ। ਮੈਂ 20 ਜਨਵਰੀ ਇਹਦੇ ਕੋਲ ਅੰਮ੍ਰਿਤਸਰ ਗਈ। ਮੈਨੂੰ ਪਤਾ ਲੱਗਾ ਕਿਸੇ ਤੋਂ ਵੀ ਉੱਥੇ ਹੈ, ਕਿਉਂਕਿ ਮੈਨੂੰ ਇਹਨੇ ਬਲੌਕ ਕੀਤਾ ਹੋਇਆ। ਮੇਰੇ ਕੋਈ ਟੈਲੀਫੋਨ ਦਾ ਜਵਾਬ ਨਹੀਂ, ਕੁਛ ਨਹੀਂ, ਵਟਸਐਪ ਕੁਛ ਨਹੀਂ। ਮੈਨੂੰ ਪਤਾ ਲੱਗਾ, ਮੈਂ ਉੱਥੇ ਗਈ ਵੀ ਮੈਂ ਇਹਦੇ ਨਾਲ ਗੱਲ ਕਰਕੇ, ਮੈਂ ਇਹਦੇ ਨਾਲ ਗੱਲ ਕਰਾਂ, ਸ਼ਹਿਰੀਏ ਕੀ ਕਰ ਰਿਹਾ ਬੇਟਾ, ਥੋੜੀ ਅਕਲਮੰਦੀ ਕਰੀਏ ਆਪਾਂ ਆਪਣਾ। ਮੈਂ ਆਪਣਾ ਚੱਗਾ ਨਾ ਚੱਕਾ, ਮੈਂ ਆਪਣਾ ਢਿੱਡ ਨਾ ਨੰਗਾ ਕਰਾਂ। ਪਰ ਇਹਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਮੈਨੂੰ ਘਰ ਦੇ ਗੇਟ ਤੋਂ ਅੰਦਰ ਨਹੀਂ ਮੈਂ ਜਾ ਸਕੀ। ਮੈਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਉੱਥੋਂ ਵਾਪਸ ਆ ਗਈ। ਤੇ ਹੁਣ ਮੇਰੇ ਕੋਲ ਕੋਈ ਚੁਆਇਸ ਨਹੀਂ, ਤਾਂ ਮੈਂ ਤੁਹਾਡੇ ਲੋਕਾਂ ਕੋਲ ਆਈ ਹਾਂ। ਤੁਹਾਨੂੰ ਮੈਟੀਰੀਅਲ ਇੱਥੇ ਪਿਆ ਮੇਰੇ ਕੋਲ, ਜਿਹਦੇ ਕਰਕੇ ਮੈਂ ਆਈ ਹਾਂ। ਤੁਸੀਂ ਸਾਰੇ ਲੈ ਸਕਦੇ ਹੋ, ਮੈਂ ਦਿੱਤਾ ਹੋਇਆ ਉਹਨਾਂ ਨੂੰ, ਬਾਅਦ 'ਚ ਤੁਸੀਂ ਸਾਰੇ ਲੈ ਸਕਦੇ ਹੋ। 1980 ਮੇਰੇ ਫਾਦਰ ਦੀ ਡੈਥ ਹੋਈ 1986 ਵਿੱਚ, ਤੇ ਇਹਨੇ ਮੇਰੀ ਮਦਰ ਨੂੰ ਉਸ ਤੋਂ ਬਾਅਦ, ਭੋਗ ਤੋਂ ਬਾਅਦ, ਇਹਨੇ ਕਲੀਅਰ ਕਰਤਾ ਵੀ ਤੇਰਾ ਇੱਥੇ ਕੱਖ ਨਹੀਂ ਹੈ, ਤੇਰਾ ਇੱਥੇ ਕੱਖ ਨਹੀਂ ਹੈ। ਜਿਹੜਾ ਘਰ ਉਹਨੇ ਆਪਣੇ ਤੇ ਉਹਦੇ ਘਰ ਵਾਲੇ ਨੇ ਆਪਣੇ ਖੂਨ ਪਸੀਨੇ ਨਾਲ ਕਮਾਇਆ ਸੀ। ਮੇਰੇ ਮਾਂ ਪਿਓ ਅਮੀਰ ਨਹੀਂ ਸੀ ਸ਼ੁਰੂ ਤੋਂ,
बड़ी जद्दोजहद देखी है, असी देखी अपनी मां नूं नौकरी करदे ते ओहदे साइकिल पिछे मैं ते मेरी भैन एक लत्त इधर करके बहंदियां हुंदियां सी। अगे ओहदे टोकरी हुंदी सी, ਉਹ ਸਾਨੂੰ ਸਕੂਲ ਛੱਡ ਕੇ ਆਉਂਦੀ ਸੀ ਤੇ ਸ਼ਾਮ ਨੂੰ ਲੈ ਕੇ ਆਉਂਦੀ ਸੀ। ਮੇਰੇ ਫਾਦਰ ਪਟਿਆਲੇ ਆਪਣਾ ਲਾਅ ਕਰਦੇ ਹੁੰਦੇ ਸੀ। ਫਿਰ ਉਸ ਤੋਂ ਬਾਅਦ ਟੁੱਟੇ ਹੋਏ ਸਕੂਟਰ ਤੇ ਜਾਂਦੇ ਦੇਖੇ ਉਹਨੂੰ। ਸੋ ਉਹ ਉਸ ਤੋਂ ਬਾਅਦ ਮੇਰੀ ਮਾਂ ਨੇ ਉਸ ਤੋਂ ਕਦੀ ਨਹੀਂ ਕੁਝ ਮੰਗਿਆ, ਨਾ ਅਸੀਂ ਕਦੀ ਭੈਣਾਂ ਨੇ ਕਦੀ ਕਹਿ ਦੇ ਵੀ ਮੇਰੇ ਤੋਂ ਇੱਕ ਧੇਲਾ ਵੀ ਮੰਗਿਆ। इन्ने 1987 ਵਿੱਚ ਬਿਆਨ ਦਿੱਤਾ ਇੰਡੀਆ ਟੁਡੇ ਨੂੰ ਵੀ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਸੀ ਜਦੋਂ ਤਾਂ ਮੈਂ 2 ਸਾਲ ਦਾ। ਮੈਨੂੰ ਨਹੀਂ ਪਤਾ ਮੇਰੀਆਂ ਭੈਣਾਂ ਤੇ ਮਾਂ, ਆ ਮੈਂ ਫੋਟੋ ਦਿਖਾ ਰਹੀ ਹਾਂ ਤੁਹਾਨੂੰ, ਇਹ 2 ਸਾਲ ਦਾ ਲੱਗਦਾ ਤੁਹਾਨੂੰ? ਤੁਸੀਂ ਦੱਸ ਦਿਓ। ਇਹ ਅਸੀਂ ਆ ਭੈਣਾਂ, ਇਹ ਮੈਂ ਅਸੀਂ 2 ਭੈਣਾਂ, ਮੇਰਾ ਪਿਓ ਆ ਮੈਂ ਆ ਮੇਰੀ ਭੈਣ ਇੱਧਰ, ਆ ਮੇਰੇ ਫਾਦਰ, ਆ ਸ਼ਹਿਰੀ ਹੈ, ਆ ਜਿਹੜਾ ਪਿੱਛੇ ਸਰਦਾਰ ਬੰਦਾ ਹੈ ਮੇਰੇ ਤਾਇਆ ਜੀ ਦਾ ਮੁੰਡਾ ਜਿਹਦੇ ਵਿਆਹ ਤੇ ਫੋਟੋ ਲਿੱਤੀ ਗਈ ਹੈ, ਅਮਰਜੀਤ ਸਿੰਘ ਸਿੱਧੂ। ਇਹ 2 ਸਾਲ ਦਾ ਹੈ। हो सकता है मेरी अखा भुलेखा पैदा हो। तुसी बाद विच इहदी जितनी मर्जी फोटो ले लियो, मैं इत्थे रख जू, मैं इत्थे फोटो रख जानी है, तुसी ले लियो इहदी फोटो सारे जाने जिद्दां भी ले जाओ। सो इन्हें जड़ा बयान दिता है, मेरी मां इहदे कोल गई लुधियाने तो, इन्हू पुछन भी शहरी आ की है, तू झूठ क्यों बोल रहा है? ये कहना मैं नहीं कहा मम्मी, ये किसी होर ने कहा। वो कहंदे फिर तू उदों क्यों नहीं कहा जब तू कोल सी भी ये झूठ है, तू चुप क्यों रहा? वो बीमार सी जनानी, उन्होंने डायबिटीज सी, ਉਹਦੀ ਅੱਖਾਂ ਤੇ ਬਹੁਤ ਅਸਰ ਸੀ, ਪਰ ਉਹਨੇ ਇਸ ਤੋਂ ਇੱਕ ਕਦੀ ਧੇਲਾ ਨਹੀਂ ਮੰਗਿਆ, ਨਾ ਇਹਨੇ ਕਦੀ ਉਹਨੂੰ ਦਿੱਤਾ। ਉਹ ਕਹਿੰਦੇ ਵੀ ਮੈਂ ਇਹ ਕਲੀਅਰ ਕਰਨਾ ਹੈ, ਮੈਂ ਕੋਰਟ ਵਿੱਚ ਜਾਊਂਗੀ। ਕਹਿੰਦਾ ਹਾਂ ਮਾਂ ਤੂੰ ਕੋਰਟ 'ਚ ਜਾ, ਮੈਂ ਤੇਰੇ ਨਾਲ ਜਾ ਕੇ ਕਹੂੰਗਾ ਵੀ ਇਹ ਝੂਠ ਹੈ। ਉਹ ਕਹਿੰਦੀ ਠੀਕ ਹੈ। ਉਹਨੇ ਕਚਹਿਰੀ 'ਚ ਦਿੱਲੀ ਕੋਰਟ 'ਚ ਕੇਸ ਕੀਤਾ ਇੰਡੀਆ ਟੁਡੇ ਤੇ। ਉਹ ਜਾਂਦੀ ਰਹੀ ਪੇਸ਼ੀ ਤੇ ਹੀ ਨਹੀਂ ਗਿਆ, ਉਹਦੇ ਨਾਲ ਨਹੀਂ ਤੁਰਿਆ, ਉਹ ਕੱਲੀ ਜਾਂਦੀ ਰਹੀ। ਸੈਪਟੰਬਰ 1989 ਵਿੱਚ ਉਹ ਪੇਸ਼ੀ ਤੋਂ ਆ ਰਹੀ ਸੀ। माफ करियो, ओदी दिल्ली रेलवे स्टेशन ते एक लवारस औरत की तरह मौत हो गई, जिहदे कोल कोई ओदा घर वाला बच्चा नहीं सी, कोई होर नहीं सी, जद कि ਇਹ ਉਹਦੇ पैसे ते ऐश कर रहा सी क्योंकि ਉਹਨੂੰ हिस्सा ना देना पे, जिस करके ਇਹਨੇ झूठ बोलिया जो मैं समझदी हां। और रेलवे स्टेशन ते मर गई, गड्डी दी इंतजार करदी करदी। लवारस औरत नहीं सी, वो साडी मां सी जिन्हों इन्ने लवारस बनाता। किस काम लई? पैसे पिछे, पैसे पिछे। ओ पैसे लखां तो तू अज करोड़ां बना ले शहरी, तू होर करोड़ा। मैनू तेरा पैसा नहीं चाहिए भरा, मेरे पुत्रा वर्गा जीन जो गया। मेरे लिए बड़ा औखा है अपने भरा लई गल कहनी, पर इन्हें मैनू मजबूर करता।
मेरे WhatsApp ਤੇ ਕਈ ਮੈਸੇਜ ਹੈ ਜਿਹੜੇ ਮੈਨੂੰ ਭੇਜੇ ਟਾਈਮ ਤੋਂ ਟਾਈਮ ਵੀ ਸ਼ਹਿਰੀ ਤੂੰ ਜੋ ਕਰ ਰਿਹਾ ਬਹੁਤ ਗਲਤ ਕਰ ਰਿਹਾ ਹੈ, ਬੇਟਾ ਮੇਰੇ ਨਾਲ ਬਹਿ ਕੇ ਗੱਲ ਕਰ ਲੈ। ਇਹਨੇ ਨਹੀਂ ਮੈਨੂੰ ਕੋਈ ਜਵਾਬ ਦਿੱਤਾ, ਇਹਨੇ ਮੈਨੂੰ ਸਗੋਂ ਬਲੌਕ ਕਰਤਾ। ਮੇਰੇ ਕੋਲ ਸਾਰੇ ਜੇ ਤੁਹਾਨੂੰ ਸਕਰੀਨਸ਼ਾਟ ਚਾਹੀਦੇ ਹੁੰਦੇ ਮੈਂ ਤੁਹਾਨੂੰ ਸਾਰੇ ਭੇਜ ਸਕਦੀ ਹਾਂ ਜੋ ਮੈਨੂੰ ਲਿਖਿਆ। ਮੈਨੂੰ ਇਹਦਾ ਕਦੀ ਕੋਈ ਜਵਾਬ ਨਹੀਂ ਆਇਆ। ਜਦੋਂ ਮੇਰੀ ਭੈਣ ਦੀ ਡੈਥ ਹੋਈ, ਮੇਰੀ ਭਾਂਜੀ ਨੇ ਮੈਨੂੰ ਦੱਸਿਆ, ਮੇਰੀ ਭਾਂਜੀ ਇਕੱਲੀ ਸੀ, ਮੈਂ ਉਹਨੂੰ ਅਮਰੀਕਾ ਲੈ ਗਈ ਕਿਉਂਕਿ ਉਹਦਾ ਇੱਥੇ ਕੱਖ ਵੀ ਨਹੀਂ ਸੀ, ਉਹਦਾ ਬੱਚਾ ਸਪੈਸ਼ਲ ਨੀਡ ਸੀ। ਉਹ ਹੁਣ ਅਮਰੀਕਾ ਆਪਣੀ ਨੌਕਰੀ ਕਰਦੀ ਹੈ। ਇਹਨੇ ਨਹੀਂ ਉਹਨੂੰ ਪੁੱਛਿਆ ਕਦੇ ਵੀ। ਉਹਨੇ ਮੈਨੂੰ ਦੱਸਿਆ ਮਾਸੀ ਮੰਮੀ ਕਹਿੰਦੀ ਸੀ ਬੜੇ ਮੰਮਾ, ਮੇਰੀ ਮੰਮੀ ਨੂੰ ਬੜੇ ਮੰਮਾ ਕਹਿੰਦੇ ਸੀ, ਆਪਣੀ ਨਾਨੀ ਨੂੰ ਵੀ ਬੜੇ ਮੰਮਾ ਦੀ ਜਿੱਦਾਂ ਡੈਥ ਹੋਈ ਹੈ ਮੇਰੀ ਮੰਮੀ ਉਹ ਲੱਭ ਰਹੀ ਸੀ ਮੈਨੂੰ ਮਿਲ ਜੇ ਕਿਤੋਂ ਇੰਡੀਆ ਟੁਡੇ ਤੋਂ, ਤੇ ਮੈਨੂੰ ਪੁੱਛਾ। ਮੈਂ ਕਿਹਾ ਅੱਛਾ ਬੇਟਾ। ਉਸ ਤੋਂ ਬਾਅਦ ਮੈਂ ਸੋਚਿਆ ਮਾਂ ਦਾ ਦੁੱਖ ਹਮੇਸ਼ਾ ਪੁੱਤ ਠੀਕ ਕਰਦੇ ਆ। ਆਪਾਂ ਕਹਿੰਦੇ ਆ ਵੀ ਪੁੱਤ ਜਿਹੜਾ ਆਪਣੇ ਮਾਂ ਪਿਓ ਦੀ ਇੱਜ਼ਤ ਰੱਖਦੇ ਆ, ਇਹਨੇ ਨਹੀਂ ਰੱਖੀ। ਜਿਹੜੀ ਮਾਂ ਨੇ ਆਪਣੀ ਜਾਨ ਤੇ ਖੇਲ ਕੇ ਇਹਨੂੰ ਜਨਮ ਦਿੱਤਾ, ਜਿਵੇਂ ਦੱਸਦਾ ਵੀ ਉਹਨੂੰ ਪਲੇਸੈਂਟਾ ਪ੍ਰੀਵੀਅਸ ਸੀ ਮੇਰੀ ਮਾਂ ਨੂੰ, ਉਹ ਹਸਪਤਾਲ ਪਈ ਰਹੀ 4 ਮਹੀਨੇ ਵੀ ਇਹ ਬਚ ਜੇ। ਇਹਨੇ ਉਹਨੂੰ ਕੀ ਦਿੱਤਾ? ਨਮੋਸ਼ੀ, ਬੇਇੱਜ਼ਤੀ ਤੇ ਅਲਟੀਮੇਟਲੀ ਉਹਦੀ ਮੌਤ। ਇਹ ਉਹਦੇ ਪੁੱਤ ਨੇ ਉਹਨੂੰ ਦਿੱਤਾ ਜਿਹਨੂੰ ਅਸੀਂ ਰੱਬ ਤੋਂ ਦੁਆਵਾਂ ਕਰਕੇ ਲਿੱਤਾ ਸੀ। ਦੋਨਾਂ ਭੈਣਾਂ ਨੇ, ਮਾਂ ਨੇ, ਪਿਓ ਨੇ। ਸਾਨੂੰ ਇੱਕ ਭਰਾ ਦੇ ਦੇ, ਅਸੀਂ ਰੱਖੜੀ ਬੰਨ ਸਕੀਏ। ਸਾਨੂੰ ਇੱਕ ਪੁੱਤ ਦੇ ਦੇ। ਇਹ ਉਸ ਪੁੱਤ ਨੇ ਉਹਨੂੰ ਦਿੱਤਾ ਤੇ ਸਾਨੂੰ ਦਿੱਤਾ। ਕਦੀ ਇਸ ਤੋਂ ਪੈਸਾ ਤਾਂ ਨਹੀਂ ਕਿਸੇ ਨੇ ਮੰਗਿਆ, ਇਹਨੂੰ ਪੁੱਛੋ। ਉਹ ਮੇਰੀ ਭਾਂਜੀ ਨੇ ਜਦ ਮੈਨੂੰ ਕਿਹਾ, ਮੈਂ ਫਿਰ ਇਹ ਆਰਟੀਕਲ ਲੱਭਣਾ ਸ਼ੁਰੂ ਕੀਤਾ ਵੀ ਮੈਨੂੰ ਕਿਤੋਂ ਮਿਲੇ, ਕਿਉਂਕਿ ਮੈਂ ਪ੍ਰੂਫ ਲਿਆਣਾ ਚਾਹੁੰਦੀ ਸੀ ਤੁਹਾਡੇ ਸਭ ਦੇ ਸਾਹਮਣੇ। ਮੈਂ ਸ਼ਾਇਰੀ ਨਹੀਂ ਹਾਂ ਜਿਹੜਾ ਜੋ ਮੂੰਹ ਚਾਹੇ ਬੋਲੀ ਜਾਵਾਂ, ਮੈਂ ਉਹ ਨਹੀਂ ਹਾਂ। ਮੈਂ ਹਰ ਚੀਜ਼ ਦਾ ਸਬੂਤ ਹੈ ਮੇਰੇ ਕੋਲ, ਜੋ ਕੁਛ ਮੈਂ ਕਹਿ ਰਹੀ ਮੈਂ ਉਹੀ ਨਹੀਂ ਬੋਲਣਾ। ਉਹ ਮੈਨੂੰ ਆਰਟੀਕਲ ਬਹੁਤ ਦੇਰ ਬਾਅਦ ਜਾ ਕੇ ਲੱਭਾ, ਉਹਦੀ ਕਾਪੀ ਹੈ, ਉਹ ਵੀ ਤੁਹਾਨੂੰ ਸਭ ਨੂੰ ਮਿਲ ਜਾਏਗੀ ਜੋ ਇਹਨੇ ਕਿਹਾ। ਜਦੋਂ ਉਹ ਆਰਟੀਕਲ ਮੇਰੇ ਕੋਲ ਆਇਆ, ਮੈਂ ਫਿਰ ਇਹਨੂੰ WhatsApp ਤੇ ਮੈਸੇਜ ਭੇਜਿਆ, ਸ਼ਹਿਰੀ ਤੂੰ ਬਹੁਤ ਕਰੂਅਲ ਹੈ, ਜੋ ਕੁਝ ਤੂੰ ਆਪਣੀ ਫੈਮਿਲੀ ਨਾਲ ਕਰ ਰਿਹਾ, ਕਦੀ ਤੂੰ ਸੋਚਿਆ ਤੂੰ ਕੀ ਕਰ ਰਿਹਾ? ਇਹਦਾ ਕੋਈ ਜਵਾਬ ਨਹੀਂ। ਸੋ ਮੇਰੇ ਕੋਲ ਫਿਰ ਮੈਂ ਜਦੋਂ ਮਿਲਣ ਗਈ ਹਾਂ 20 ਜਨਵਰੀ ਨੇ, ਇਹਨੇ ਦਰਵਾਜ਼ੇ ਨਹੀਂ ਖੋਲੇ। ਹੁਣ ਮੈਨੂੰ ਨਹੀਂ ਸਮਝ ਆਉਂਦੀ ਮੇਰੇ ਕੋਲ ਹੋਰ ਕੀ ਰਸਤਾ ਹੈ ਵੀ ਮੈਂ ਆਪਣੀ ਮਾਂ ਦੇ ਲਈ ਉਹਦੇ ਨਾਮ ਤੇ ਜਿਹੜਾ ਇਹਨੇ ਧੱਬਾ ਲਾਇਆ ਮੈਂ ਉਹ ਕਿੱਦਾਂ ਕਲੀਅਰ ਕਰਾਂ। ਮੇਰੇ ਕੋਲ ਇੱਕ ਸਿਰਫ ਪ੍ਰੈਸ ਤੁਸੀਂ ਲੋਕ ਹੋ ਜਿਹੜੀ ਮੇਰੀ ਮਦਦ ਕਰ ਸਕਦੇ ਹੋ। ਇਹਦੇ ਤੋਂ ਆਨਸਰ ਲੈਣ 'ਚ ਮੈਨੂੰ ਪ੍ਰੂਫ ਦੇਵੇ, ਜਿਹੜਾ ਇਹਨੇ ਕਿਹਾ ਇੱਕ ਚੀਜ਼ ਦਾ ਤੁਹਾਨੂੰ ਪ੍ਰੂਫ ਦੇਵੇ ਜੋ ਇਹਨੇ ਕਿਹਾ। ਜਦੋਂ ਵੀ ਇਹ ਤੁਹਾਡੇ ਸਾਹਮਣੇ ਆਉਂਦਾ, ਮੈਂ ਇਹਦੀ ਦੇਖਦੀ ਹੁੰਦੀ ਆ ਨੈਟ ਤੇ ਕਈ ਵਾਰੀ ਕਾਨਫਰੰਸਿਸ, ਇਹਦੇ ਨਾਲ 10 ਕੁ ਬੰਦੇ ਬੈਠੇ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ, ਢੇਰ ਲੱਗਿਆ ਹੁੰਦਾ ਕਾਗਜ਼ਾਂ ਦਾ। ਆਹ ਦੇਖੋ ਜੀ ਪ੍ਰੂਫ ਫਲਾਣੇ ਲਈ, ਆਹ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦਿੰਦਾ, ਆਹ ਦੇਖੋ ਇੰਨੇ ਸਾਲ ਪੁਰਾਣਾ ਪ੍ਰੂਫ ਤੁਹਾਨੂੰ ਦਿੰਦਾ ਸਾਰਿਆਂ ਨੂੰ। ਹੁਣ ਤੁਸੀਂ ਪ੍ਰੂਫ ਦਵੋ, ਮੰਗੋ ਉਸ ਤੋਂ, ਜਿਹੜਾ ਤੁਹਾਨੂੰ ਦਿੰਦਾ ਹਮੇਸ਼ਾ ਪ੍ਰੂਫ ਲਿਆਓ, ਪ੍ਰੂਫ ਦਵੋ। ਜੇ ਮੈਨੂੰ ਦਵਾ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਏ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ। ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜਾ ਇਹਨੇ ਕਿਹਾ ਤੁਸੀਂ ਉਹਨੂੰ ਬਾਏ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅੱਜ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਹੈ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ।
मेरे माँ प्यो की इज्जत का सवाल है, जिदे करके मैंने स्टैप लेना पिया तुहाडे लोगों के सामने। प्लीज प्लीज मेरी मदद करो। जे इनू कोई भी गल है, इतराज है, कुछ भी है, तुहाडे लोगों के सामने मेरे नाल डिबेट करने नूं तैयार आ, कल्ले नाल नहीं। हुण टाइम चला गया, मैं बड़ी कोशिश की भी मेरे कली नाल तो गल कर लै पुत्रा। मैं इनू शहरी पुत्त कहनी आ, मैं ते मेरी भैन ने कदी इनू भरा नहीं कहा, ये साडा पुत्ता वर्गा। बड़ा क्या इनू शहरी पुत्त ना करे तो थोड़ा जिहा सोच लै, तेरे तो कुछ मंगना नहीं कोई। ये कह दे एक बारी भी मेरी मां ने या भैन ने एक धेला भी मंगया। हाँ, इनू कोई चीज़ की लोड़ होई, इन्हें मैनू कहा, मैनू भेजी है। जो चीज़ भेजदा फिर ये व्हाट्सएप ते मैसेज आ, यू आर अ जैम दीदी, उदों मैं जैम हो गई। उंज मैं घर नहीं वड़ सकती, ठीक है। सो मैं बेनती कर रही हूं तुहाडे नाल, ते नाले मैं पंजाब दी सारियां मावां भैनां नूं अपील करदी हां। मेरी मां चली गई, मेरी भैन चली गई, तुसीं सारियां मेरियां मावां भैनां हो, जिथे किते तुहानूं मिलदा है प्लीज इनू पुछो तू अपनी मावां भैनां नाल की कीता, क्यों कीता। एक पैसे पिछे तू अपनी मां नूं ओहदा राइटफुल हक ना देना पई तां तू झूठ बोलिया। ओए पैसे पिछे तू अपनी मां नूं कह दिंदा, अपनी भैनां नूं कह दिंदा भी मैनू पैसे की बहुत भुख है, मैं तुहानूं नहीं देना कुछ भी। असीं तेरे तो वार के सुट दिंदियां शेरी, असीं हुण भी तेरे तो वारिया होया, सानू नहीं चाहिदा तेरा पैसा। ये पैसा मेरे मां दे खून नाल रंगिया होया जिहड़ा अज इंजॉय कर रहे। मैनू नहीं चाहिदा अपने मां दे प्यो दे खून दा पैसा, मैनू नहीं चाहिदा। असीं अपनी मेहनत करके अपना गुजारा कर रहे हैं और करांगे, पर मैनू जवाब लै दो रब दे पासे। मैं सिर्फ तुहानूं इन्नी गुजारिश करनी है, इसलिए मैं इत्थे आई हाँ ते अपना मैं झग्गा चुक्किया। एक अखीरी गल मैं जरूर कहना चाहूंगी, ओ जीन जो गया मेरे भरावा, मेरे पुत्रा, एक घर तां डैन भी छड्ड दिंदी है, ओ एक घर तां पुत्रा डैन भी छड्ड दिंदी है, ते तू बहुत बहुत शुक्रिया तुहाडा सुनने लई। मैं होर तुहानूं कुछ नहीं कहना चाहता। जे तुसीं सुनिया जो मैं कहा, मैं बिना प्रूफ तो नहीं आना चाहती। मैनू आर्टिकल हुण लभा, मैनू हुण लभा वो आर्टिकल, फिर मैं इहदे कोल गई हाँ 20 तरीक इहदे नाल गल करन लई भी मैनू ये काम करना ना पे, जिहड़ा मैं हुण कर रही हाँ। तुहानूं मैं पहलां दस्सिआ, इन्हें अपने घर के दरवाजे बंद किए हुए हैं, इहदे नौकर तक घर का दरवाजा नहीं खोलते मैनू, और ये पहली बार ही नहीं है, बड़े सालों तो ये चल रहा है। मैं नहीं बोली भी शायद इन्हूं अकल आ जाए, नाले मेरे को प्रूफ होना चाहिए, मैं बिना प्रूफ तो नहीं कुछ कहना चाहती। मैं ਹੁਣ ਤੁਸੀਂ ਮੰਗ ਕੀ ਕਰ ਰਹੇ ਹੋ ਕਿ ਹੁਣ ਇਲੈਕਸ਼ਨਸ ਆ ਚੁੱਕੇ ਨੇ ਕਿ ਲੋਕੀ ਇਹਨਾਂ ਨੂੰ ਪੁੱਛਣ ਕਿ ਤੁਸੀਂ ਕੀ ਕੀਤਾ ਆਪਣੀ ਮਾਂ ਭੈਣ ਦੇ ਨਾਲ। मैं पॉलिटिकल बंदा नहीं है, मैं तो पहला कहा मेरा किसी पॉलिटिकल पार्टी नाल कोई कंसर्न नहीं है, ये मेरा फैमिली मैटर है। मैनू ओहदे लई हेल्प चाहिदी है भी जो कुछ इन्हें अपनी मां लई झूठ बोलिया मैनू ओहदा प्रूफ दवे। स्टेटमेंट एक्चुअली दस दो, एक्चुअली क्लियर नहीं हो पा रहा मांग की है। मांग की वो स्टेटमेंट की सी जी, मैनू प्रूफ दवे। इन्हें लिखे, इन्हें कहा मेरे मां प्यो की जुडिशियल सैपरेशन हुई है जदों मैं 2 साल का सी, मेरिया मावां भैनां नाल मेरा कोई रिश्ता नहीं है। आ फोटो मैं तुहानूं दिखाई है 2 साल का, ये देख। उस करके मेरी मां
ਕਚਹਿਰੀ 'ਚ ਗਈ ਸੀ ਵੀ ਤੂੰ ਕਿਉਂ ਝੂਠ ਬੋਲ ਰਿਹਾ ਹੈ। ਔਰ ਮੈਂ ਸੋਚਦੀ ਇਹਨੇ ਸਿਰਫ ਪੈਸੇ ਪਿੱਛੇ ਉਹ ਬਿਆਨ ਦਿੱਤਾ ਸੀ ਵੀ ਮੇਰੀ ਮਾਂ ਜਿਹੜੀ ਹੈ ਉਹਨੂੰ ਮੈਂ ਜਦਾਦ ਚੋਂ ਕੱਢ ਦੋ, ਔਰ ਇਹਨੇ ਨਹੀਂ ਦਿੱਤਾ। ਇਹਨੇ ਜਦਾਦ ਚੋਂ ਕੱਢਿਆ ਉਹਨੂੰ, ਉਹਨੇ ਮੰਗਿਆ ਨਹੀਂ, ਅਸੀਂ ਨਹੀਂ ਮੰਗਿਆ। ਸੋ ਮੈਂ ਤੁਹਾਨੂੰ ਦੱਸਦਾ ਸਾਰਾ ਵੀ ਉਹਨੇ, ਮੈਂ ਆਪਣੀ ਮਾਂ ਨੂੰ ਸੜਕ ਤੇ ਪੈਦਲ ਲੈ ਕੇ ਗਈਆਂ ਬੱਸ ਵਿੱਚ, ਜਦ ਕਿ ਇਹਨੇ ਨਾ ਕਰਤੀ। ਹੋਰ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ। ਜਦੋਂ ਇਤਨੇ ਸਾਲ ਪਹਿਲੇ ਹੀ ਉਹਨਾਂ ਨੇ ਸੈਪਰੇਸ਼ਨ ਕਰ ਦਿੱਤਾ, ਕੱਢ ਦਿੱਤਾ, ਤੇ ਉਹ ਅੱਜ ਉਹਦੇ ਆਰੋਪ ਕੀ ਹੋਣਗੇ? ਕੀ ਗੱਲ ਜੀ? ਮਾਮਲਾ ਤਾਂ ਬਹੁਤ ਪੁਰਾਣਾ ਹੈ ਜੀ। ਹਾਂਜੀ। ਸੈਪਰੇਸ਼ਨ ਵੀ ਉਹ ਬਹੁਤ ਪੁਰਾਣੀ ਹੋਗੀ। ਹੋਈ ਨਹੀਂ। ਤੁਸੀਂ ਗੱਲ ਸਮਝ ਲਓ ਦੀ ਕੋਸ਼ਿਸ਼ ਕਰੋ। ਮੈਂ ਜੋ ਕਹਿ ਰਹੀ ਹਾਂ, ਮੈਨੂੰ ਪ੍ਰੂਫ ਦਵੇ ਸੈਪਰੇਸ਼ਨ ਦਾ ਜਿਹੜਾ ਇਹਨੇ ਕਿਹਾ। ਝੂਠ ਬੋਲਿਆ ਆਪਣੀ ਮਾਂ ਨੂੰ ਜਦਾਦ ਤੋਂ ਬੇਦਖਲ ਆਪਣੀਆਂ ਭੈਣਾਂ ਨੂੰ ਕਰਨ ਲਈ। ਮੈਂ ਉਹ ਪ੍ਰੂਫ ਮੰਗ ਰਹੀ ਹਾਂ, ਦਵੇ ਮੈਨੂੰ ਪ੍ਰੂਫ ਜਿਹੜਾ ਮੇਰੀ ਮਾਂ ਮੰਗਦੀ ਸੀ, ਜਿਹਦੇ ਲਈ ਉਹਨੇ ਕੇਸ ਕੀਤਾ। ਇਹ ਦਵੇ ਪ੍ਰੂਫ। ਕਿਉਂ ਨਹੀਂ ਗਿਆ ਉਹਦੇ ਨਾਲ? ਮੈਨੂੰ ਪ੍ਰੂਫ ਲੈ ਦਿਓ ਪਲੀਜ਼, ਰੱਬ ਦੇ ਵਾਸਤੇ। ਜੇ ਮੇਰੀ ਮਾਂ ਦੀ ਇੱਜ਼ਤ ਜਿਹਦੇ ਲਈ ਉਹਨੇ ਆਪਣੀ ਜਾਨ ਦਿੱਤੀ, ਮੈਂ ਸਿਰਫ ਉਹਦਾ ਨਬੇੜਾ ਚਾਹੁੰਦੀ ਹਾਂ, ਮੈਨੂੰ ਕੱਖ ਨਹੀਂ। ਸਿੱਧੂ ਸਾਹਿਬ ਨੇ ਕਿਹਾ ਇਹ ਬਿਆਨ ਪਹਿਲੀ ਵਾਰ ਦਿੱਤਾ ਜੀ? ਬੇਟਾ ਮੇਰੀ ਗੱਲ ਸੁਣੋ, ਮੇਰੀ ਗੱਲ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਦੱਸਦਾ। ਇਹ ਹੁਣ ਤੁਸੀਂ ਪ੍ਰੈਸ ਵਾਲਿਆਂ, ਤੁਹਾਡੇ ਕੋਲ ਬਹੁਤ ਪਾਵਰ ਹੈ। ਇਹ ਹੁਣ ਤੁਸੀਂ ਦੇਖ ਲਓ, ਪਹਿਲਾਂ ਦਿੱਤਾ, ਬਾਅਦ ਚ ਦਿੱਤਾ, ਕਿੰਨੇ ਦਿੱਤੇ ਮੈਨੂੰ। ਜਿਹੜੀ ਚੀਜ਼ ਮੈਂ ਤੁਹਾਨੂੰ ਉਹ ਦੱਸਣੀ ਹੈ ਜਿਹੜੀ ਮੈਨੂੰ ਪਤਾ। ਮੈਂ ਸ਼ਹਿਰੀ ਨਹੀਂ ਹਾਂ ਜਿਹੜਾ ਐਵੇਂ ਝੂਠ ਬੋਲੀ ਜਾਵਾਂ। ਨਹੀਂ, ਇਹ ਸਵਾਲ ਇਸ ਲਈ ਪੁੱਛਿਆ ਗਿਆ ਜੀ ਕਿ ਇਹ ਪੁਰਾਣਾ ਹੈ, ਨया ਹੈ। ਇਹ ਜੇ ਕਿਧਰੇ ਪੁਰਾਣਾ ਹੈ ਤਾਂ ਉਹਦੀ